सुखमणि सुख अमृत प्रभ नाम, भगत जना के मन बिसराम।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। IIGS ਸੁਖਮਨੀ ਸਾਹਿਬ ਸੀਰੀਜ਼ ਦੇ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ 7ਵੀਂ ਅਸ਼ਟਪਦੀ ਦੇ ਪਹਿਲੇ 4 ਪਦਿਆਂ ਦੀ ਵਿਚਾਰ ਸੁਣੀ ਸੀ। ਇਸੇ ਸਿਲਸਿਲੇ ਵਿੱਚ ਅੱਜ ਗੁਰੂ ਸਾਹਿਬ ਜੀ ਦੀ ਮਿਹਰ ਦਾ ਸਦਕਾ ਅਗਲੇ 4 ਪਦਿਆਂ ਨੂੰ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕਰਾਂਗਾ। ਹੁਣੇ ਆਪ ਜੀ ਨੇ ਇਸ ਅਸ਼ਟਪਦੀ ਦੇ 5ਵੇਂ ਸ਼ਬਦ ਨੂੰ ਕੀਰਤਨ ਰੂਪ ਵਿੱਚ ਸੁਣਿਆ ਹੈ। ਸਾਧ ਜਨਾਂ ਦੀ ਸੰਗਤ ਦਾ ਮਹਾਤਮ ਗੁਰੂ ਸਾਹਿਬ ਇਸ ਅਸ਼ਟਪਦੀ ਵਿੱਚ ਬੜੇ ਵਿਸਤਾਰ ਨਾਲ ਸਾਨੂੰ ਸਮਝਾ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਜਗ੍ਹਾ 'ਤੇ ਇਸ ਵਿਸ਼ੇ ਨੂੰ ਦ੍ਰਿੜ ਕੀਤਾ ਗਿਆ ਹੈ। ਸੋਦਰ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾ ਸਠ ਹਰਿਆ। ਇਹ ਮੇਰੇ ਪ੍ਰਭੂ ਜੀ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਵਿਅਰਥ ਦੇ ਫਿਕਰਾਂ ਤੋਂ ਬਚ ਜਾਂਦੇ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਮਨੁੱਖ ਅਡੋਲਤਾ ਵਾਲੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦੇ ਹਨ। ਉਹਨਾਂ ਦਾ ਡੁੱਬਾ ਹੋਇਆ ਮਨ ਇਉਂ ਉੱਚੀ ਤੇ ਸੁੱਚੀ ਸੋਚ ਹਾਸਲ ਕਰ ਲੈਂਦਾ ਹੈ ਜਿਵੇਂ ਸੁੱਕ ਚੁੱਕੇ ਰੁੱਖ ਹਰੇ ਹੋ ਜਾਣ। ਇਸ ਦੇ ਆਪੋਜ਼ਿਟ ਉਹ ਮਨੁੱਖ ਵੀ ਹਨ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜੋ ਸਾਧ ਸੰਗਤ ਵਿੱਚ ਨਹੀਂ ਮਿਲ ਬੈਠਦੇ। ਗੁਰੂ ਰਾਮਦਾਸ ਸਾਹਿਬ ਜੀ ਦੇ ਬੜੇ ਸਖਤ ਬੋਲ ਹਨ ਉਹਨਾਂ ਵਾਸਤੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਦ੍ਰਿਗ ਜੀਵੇ ਦ੍ਰਿਗ ਜੀਵਾਸ। ਲਾਹਨਤ ਹੈ ਉਹਨਾਂ ਦੇ ਜੀਵਨ ਨੂੰ, ਉਹਨਾਂ ਦਾ ਜਿਉਣਾ ਫਿਟਕਾਰਯੋਗ ਹੈ। ਇਸੇ ਲਈ ਸਿੱਖ ਦੀ ਅਰਦਾਸ ਹੁੰਦੀ ਹੈ, ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਸ ਦੇ ਨਾਲ ਹੀ ਅੱਜ ਦੀ ਵਿਚਾਰ ਸ਼ੁਰੂ ਕਰਦੇ ਹਾਂ। ਸਾਧ ਕੈ ਸੰਗ ਸਭ ਕੁੱਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ। ਗੁਰਬਾਣੀ ਵਿੱਚ ਅਨੇਕਾਂ ਰੂਪਕ ਮੈਟਾਫੋਰ ਵਰਤੇ ਗਏ ਹਨ। ਇਸ ਦੁਨੀਆ ਵਾਸਤੇ ਸੰਸਾਰ ਸਮੁੰਦਰ, ਭਵਸਾਗਰ, ਅੰਧਕੂਪ ਅਤੇ ਹੋਰ ਵੀ ਕਈ ਨਾਮ ਆਏ ਹਨ। ਇਸ ਅਸ਼ਟਪਦੀ ਵਿੱਚ ਉਧਰੈ ਅਤੇ ਉਧਾਰੈ ਇਹਨਾਂ ਸ਼ਬਦਾਂ ਦੀ ਵਰਤੋਂ ਹੋਈ ਹੈ। ਇਹਨਾਂ ਦਾ ਰੂਟ ਹੈ ਉਧਾਰ। ਇਸ ਦਾ ਅਰਥ ਹੈ ਬਖਸ਼ਿਆ ਜਾਣਾ, ਡੈਸਟੀਨੇਸ਼ਨ ਤੱਕ ਪਹੁੰਚ ਜਾਣਾ, ਤੈਰ ਕੇ ਪਾਰ ਕਰ ਲੈਣਾ। ਸਾਧ ਜਨਾਂ ਦੀ ਸੰਗਤ ਵਿੱਚ ਸੱਚ ਦੇ ਰਾਹ 'ਤੇ ਚੱਲਦਿਆਂ ਕੋਈ ਮਨੁੱਖ ਕੇਵਲ ਆਪਣਾ ਭਲਾ ਹੀ ਨਹੀਂ ਕਰਦਾ, ਪਤਾ ਨਹੀਂ ਕਿੰਨੇ ਲੋਕਾਂ ਦਾ ਜੀਵਨ ਉਹ ਉੱਚਾ ਤੇ ਸੁੱਚਾ ਕਰ ਜਾਂਦਾ ਹੈ। ਉਸ ਦਾ ਪਰਿਵਾਰ, ਉਸ ਦਾ ਖਾਨਦਾਨ, ਉਸ ਦੇ ਕੁਲ, ਉਸ ਦੇ ਸੱਜਣ ਮਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹ ਵੀ ਨਿਸਤਾਰੇ ਜਾਂਦੇ ਹਨ। ਉਹਨਾਂ ਦੀ ਸੰਗਤ ਵਿੱਚ ਜੀਵ ਅਚਨਚੇਤ ਹੀ ਸੰਸਾਰਕ ਉਲਝਣਾਂ 'ਚੋਂ ਬਾਹਰ ਨਿਕਲ ਕੇ ਆਨੰਦ ਮਹਿਸੂਸ ਕਰਦਾ ਹੈ। ਸੂਕੇ ਕਾਸਟ ਹਰਿਆ, ਸੁੱਕੇ ਰੁੱਖ ਵੀ ਹਰੇ ਹੋ ਜਾਂਦੇ ਹਨ। ਸਾਧੂ ਕੈਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਵਰਸਾਵੈ ਯਾਨੀ ਬਲਵਾਨ ਹੋ ਜਾਂਦਾ ਹੈ। ਜਿਸ ਤਰ੍ਹਾਂ ਦੁਨਿਆਵੀ ਜੀਵਨ ਵਿੱਚ ਸੰਸਾਰਕ ਪੂੰਜੀ ਇਕੱਠੀ ਹੋ ਜਾਂਦੀ ਹੈ, ਉਸੇ ਤਰ੍ਹਾਂ ਪਰਮਾਰਥ ਦੇ ਰਾਹ 'ਤੇ ਚੱਲਦੇ ਹੋਏ ਵੀ ਸਾਧ ਜਨਾਂ ਦੀ ਸੰਗਤ ਵਿੱਚ ਇੱਕ ਐਸਾ ਨਾਮ ਧਨ ਇਕੱਠਾ ਹੋ ਜਾਂਦਾ ਹੈ ਜਿਸ ਦੇ ਮਿਲਣ ਨਾਲ ਸਾਰੇ ਮਨੁੱਖ ਨਾਮਣੇ ਵਾਲੇ ਹੋ ਜਾਂਦੇ ਹਨ, ਬਲਵਾਨ ਹੋ ਜਾਂਦੇ ਹਨ, ਜਿਸ ਦੇ ਨਾਲ ਸਾਰਿਆਂ ਦਾ ਭਲਾ ਹੋ ਜਾਂਦਾ ਹੈ। ਇਸ ਧਨ ਵਿੱਚ ਇੰਨੀ ਬਰਕਤ ਹੈ ਕਿ ਕਦੇ ਸਮਾਪਤ ਹੀ ਨਹੀਂ ਹੁੰਦਾ। ਦੁਨੀਆ ਦੀ ਧਨ ਦੌਲਤ ਤਾਂ ਖਤਮ ਹੋ ਜਾਏਗੀ, ਉਸ ਨੂੰ ਚੋਰ ਚੋਰੀ ਕਰ ਸਕਦਾ ਹੈ, ਸਾਕ ਸੰਬੰਧੀ ਹਿੱਸਾ ਲੈ ਸਕਦੇ ਹਨ, ਪਰ ਨਾਮ ਦਾ ਖਜ਼ਾਨਾ ਤਾਂ ਸਦਾ ਵੱਧਦਾ ਹੀ ਰਹਿੰਦਾ ਹੈ। ਖਾਵਹਿ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵਧਦੋ ਜਾਈ। ਉਹਨਾਂ ਦੇ ਖਜ਼ਾਨੇ ਵਿੱਚ ਕਦੇ ਕੋਈ ਕਮੀ ਨਹੀਂ ਆਉਂਦੀ।
ਸਾਧ ਸੰਗ ਧਰਮ ਰਾਏ ਕਰੇ ਸੇਵਾ। ਆਮ ਤੌਰ 'ਤੇ ਇਹ ਜਾਣਿਆ ਜਾਂਦਾ ਹੈ ਕਿ ਮੌਤ ਦਾ ਡਰ ਸਭ ਤੋਂ ਵੱਡਾ ਹੁੰਦਾ ਹੈ। ਧਰਮਰਾਜ ਨੂੰ ਮੌਤ ਦਾ ਦੇਵਤਾ ਜਾਂ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਇਸਲਾਮ ਵਿੱਚ ਇਸ ਨੂੰ ਅਜ਼ਰਾਈਲ ਫਰਿਸ਼ਤਾ, ਐਂਜਲ ਆਫ ਡੈਥ ਕਹਿੰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਧਰਮਰਾਜ ਸਾਧ ਸੰਗਤ ਵਿੱਚ ਆਣ ਕੇ ਸੇਵਾ ਕਰਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਲੋਕਾਂ ਵਾਸਤੇ ਉਹ ਯਮਰੂਪ ਹੈ, ਪਰ ਸਤ ਸੰਗਤ ਕਰਨ ਵਾਲਿਆਂ ਵਾਸਤੇ ਉਹ ਵੀ ਸੇਵਾਦਾਰ ਬਣ ਕੇ ਨਮਸਕਾਰ ਕਰਦਾ ਹੈ। ਜੇਕਰ ਉਹਨਾਂ ਨੂੰ ਪੁੱਛੀਏ ਕਿ ਧਰਮਰਾਜ ਤੁਹਾਡੀ ਸੇਵਾ ਵਿੱਚ ਕਿਉਂ ਖਲੋਂਦਾ ਹੈ, ਉਹ ਕਹਿੰਦੇ ਹਨ, ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ, ਧਰਮਰਾਏ ਅਬ ਕਹਾ ਕਰੇਗੋ ਜੋ ਫਾਟੇ ਉਸ ਅਗਲੋ ਲੇਖਾ। ਸੋਰਠ ਮਹੱਲਾ ਪੰਜਵਾਂ। ਉਹ ਕਹਿੰਦੇ ਹਨ ਕਿ ਸੰਤਾਂ ਨੇ ਸਾਨੂੰ ਨਾਮਧਨ ਦੀ ਪੂੰਜੀ ਸੌਂਪ ਦਿੱਤੀ ਹੈ। ਜਿਹੜਾ ਮਾਇਆ ਦਾ ਧੋਖਾ ਪਿਆ ਹੋਇਆ ਸੀ ਉਹ ਤਾਂ ਸਾਰਾ ਹੀ ਉਤਰ ਗਿਆ ਹੈ। ਹੁਣ ਧਰਮਰਾਏ ਕੀ ਕਰੇਗਾ? ਸਤ ਸੰਗਤ ਕਰਕੇ ਸਾਰਾ ਲੇਖਾ ਹੀ ਖਤਮ ਹੋ ਗਿਆ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟੈ ਨਿਕਟ ਨ ਜਾਈਏ ਦੂਤ। ਗੌੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ। ਇਸ ਵਿੱਚ ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਹੈ, ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿੱਥੇ ਨਿਤ ਕੀਰਤਨ ਹੋ ਰਿਹਾ ਹੋਵੇ, ਤੁਸੀਂ ਉਸ ਥਾਂ ਦੇ ਨੇੜੇ ਵੀ ਨਹੀਂ ਜਾਣਾ। ਜੇਕਰ ਤੁਸੀਂ ਉੱਥੇ ਚਲੇ ਗਏ ਤਾਂ ਇਸ ਖੁਨਾਮੀ ਤੋਂ ਨਾ ਮੈਂ ਬਚਾਂਗਾ ਨਾ ਤੁਸੀਂ ਬਚੋਗੇ। ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਸਾਧਕੈ ਸੰਗ ਸੋਭਾ ਸੁਰ ਦੇਵਾ। ਸੁਰ ਯਾਨੀ ਦੇਵਤੇ। ਸਾਧ ਜਨਾਂ ਦੀ ਸੰਗਤ ਕਰਦੇ ਕਰਦੇ ਮਨੁੱਖ ਸੱਚੇ ਰਸਤੇ 'ਤੇ ਤੁਰਦਾ ਹੈ। ਸੰਸਾਰ ਦੀਆਂ ਸਭ ਤੋਂ ਉੱਚੀਆਂ ਦੈਵੀ ਤਾਕਤਾਂ ਵੀ ਉਸ ਦੀ ਸ਼ੋਭਾ ਕਰਦੀਆਂ ਹਨ। ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸਾਧੂ ਕੈ ਸੰਗ ਪਾਪ ਪਲਾਇਨ। ਪਲਾਇਨ ਯਾਨੀ ਦੌੜ ਜਾਣਾ, ਨੱਠ ਜਾਣਾ, ਨਾਸ਼ ਹੋ ਜਾਣਾ। ਸਾਡੀ ਸੋਚ, ਸਾਡੇ ਵਿਚਾਰ, ਸਾਡੇ ਕਾਜ ਵਿਹਾਰ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੇ ਹਨ। ਜਿਵੇਂ ਜਿਵੇਂ ਸਾਡੀ ਸੰਗਤ ਸਾਧ ਜਨਾਂ ਨਾਲ ਗੂੜੀ ਹੁੰਦੀ ਜਾਂਦੀ ਹੈ, ਤਿਵੇਂ ਤਿਵੇਂ ਸਾਡੇ ਦੁੱਖਾਂ ਦਾ, ਪਾਪਾਂ ਦਾ ਪਲਾਇਨ ਹੋ ਜਾਂਦਾ ਹੈ। ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਨੈਗੇਟਿਵਿਟੀ ਹਟ ਜਾਂਦੀ ਹੈ। ਡੁੱਬਾ ਹੋਇਆ ਮਨ ਇੱਕ ਉੱਚੀ ਤੇ ਸੁੱਚੀ ਸੋਚ ਲੈ ਕੇ ਸੱਚ ਦੇ ਮਾਰਗ 'ਤੇ ਤੁਰ ਪੈਂਦਾ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸਾਧ ਸੰਗ ਅੰਮ੍ਰਿਤ ਗੁਣ ਗਾਏ। ਸਾਧੂਆਂ ਦੀ ਸੰਗਤ ਵਿੱਚ ਪਰਮਾਤਮਾ ਦੇ ਅੰਮ੍ਰਿਤ ਰੂਪੀ ਗੁਣ ਗਾਇਨ ਕਰਨ ਦੀ, ਪਰਮਾਤਮਾ ਦੀ ਕੀਰਤੀ ਕਰਨ ਦੀ ਜੁਗਤ ਹਾਸਲ ਹੋ ਜਾਂਦੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੀ ਕਾ ਲਹਨਾ। ਪਰਮਾਤਮਾ ਦੀ ਕੀਰਤੀ ਦਾ ਗਾਇਨ ਕਰਨਾ ਹੀ ਸਾਧ ਸੰਗਤ ਹੈ, ਜਿਹੜੀ ਪਰਮਾਤਮਾ ਦੀ ਰਹਿਮਤ ਨਾਲ ਹਾਸਲ ਹੁੰਦੀ ਹੈ। ਸਾਧਕੈ ਸੰਗ ਸਰਬ ਥਾਨ ਗਮ। ਸਰਬ ਯਾਨੀ ਸਾਰੇ, ਗਮ ਯਾਨੀ ਪਹੁੰਚ। ਸੰਤਾਂ ਦੀ ਸੰਗਤ ਵਿੱਚ ਰਹਿ ਕੇ ਸਾਰੇ ਥਾਵਾਂ 'ਤੇ ਗਮਤਾ ਯਾਨੀ ਪਹੁੰਚ ਹੋ ਜਾਂਦੀ ਹੈ। ਭਾਵ ਉੱਚੀ ਆਤਮਕ ਅਵਸਥਾ ਆ ਜਾਂਦੀ ਹੈ। ਨਾਨਕ ਸਾਧਕੈ ਸੰਗ ਸਫਲ ਜਨਮ। ਪੰਜਵੇਂ ਪਦੇ ਦੀ ਸੰਪੂਰਨਤਾ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦੀ ਸੰਗਤ ਵਿੱਚ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਆਵਾਗਮਨ ਦੀ ਪ੍ਰਕਿਰਿਆ ਸਮਾਪਤ ਹੋ ਜਾਂਦੀ ਹੈ। ਇਹ ਸਰੀਰਕ ਯਾਤਰਾ ਸੰਪੂਰਨ ਹੋ ਜਾਂਦੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜੀਵਨ ਦਾ ਪ੍ਰਯੋਜਨ ਸਫਲ ਹੋ ਜਾਂਦਾ ਹੈ। ਸਾਧਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਘਾਲ ਯਾਨੀ ਮਿਹਨਤ, ਤਪ ਆਦਿਕ ਕਰਮ ਕਾਂਡ। ਸਾਧ ਜਨਾਂ ਦੀ ਸੰਗਤ ਵਿੱਚ ਆਣ ਕੇ ਕਿਸੇ ਕਰਮ ਕਾਂਡ ਵਿੱਚ ਉਲਝਣ ਦੀ ਲੋੜ ਨਹੀਂ ਰਹਿ ਜਾਂਦੀ। ਕੋਈ ਘਾਲਣਾ ਨਹੀਂ ਗਾਲਣੀ ਪੈਂਦੀ, ਤਪਣ ਦੀ ਲੋੜ ਨਹੀਂ ਪੈਂਦੀ, ਪੁੱਠੇ ਨਹੀਂ ਲਟਕਣਾ ਪੈਂਦਾ, ਨਿਵਲੀ ਕਰਮ ਨਹੀਂ ਕਰਨੇ ਪੈਂਦੇ, ਕਿਉਂਕਿ ਉਹਨਾਂ ਦਾ ਦਰਸ਼ਨ ਕਰਕੇ ਹੀ ਹਿਰਦਾ ਖਿੜ ਜਾਂਦਾ ਹੈ।
ਪਰਮਾਤਮਾ ਦੇ ਦੀਦਾਰ ਤਾਂ ਸਰੀਰਕ ਅੱਖਾਂ ਨਾਲ ਨਹੀਂ ਕੀਤੇ ਜਾ ਸਕਦੇ, ਪਰ ਸਾਧ ਜਨਾਂ ਵਿੱਚ ਜਦ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਹਨ ਤਾਂ ਉਹਨਾਂ ਦੇ ਬਚਨਾਂ ਵਿੱਚ, ਉਹਨਾਂ ਦੇ ਦੀਦਾਰ ਵਿੱਚ ਰੂਹਾਨੀ ਅਵਸਥਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਕਬੀਰ ਸਾਹਿਬ ਦੇ ਬੋਲ ਹਨ, ਅਬ ਤੋ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਜੋ ਕੋਏ ਨ ਸਕੈ ਪਛਾਨੀ। ਰਾਮ ਕਬੀਰਾ ਏਕ ਭਏ ਹੈ, ਕੋਏ ਨ ਸਕੈ ਪਛਾਨੀ। ਉਸ ਉੱਚੀ ਆਤਮਿਕ ਅਵਸਥਾ ਵਿੱਚ ਪਰਮਾਤਮਾ ਅਤੇ ਉਸ ਦੇ ਜਨ ਇੱਕ ਰੂਪ ਹੋ ਜਾਂਦੇ ਹਨ। ਇਹ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹਨਾਂ ਵਿੱਚ ਕਬੀਰ ਕਿਹੜਾ ਹੈ ਅਤੇ ਪਰਮਾਤਮਾ ਕਿਹੜਾ ਹੈ। ਸਾਧ ਕੈ ਸੰਗ ਕਲੂਖਤ ਹਰੈ। ਕਲੂਖਤ ਯਾਨੀ ਪਾਪ, ਵਿਕਾਰ, ਹਰੈ ਦੂਰ ਹੋ ਜਾਂਦੇ ਹਨ। ਸਾਧ ਜਨਾਂ ਦੀ ਸੰਗਤ ਵਿੱਚ ਆਣ ਕੇ ਜੀਵਨ ਬਦਲ ਜਾਂਦਾ ਹੈ, ਜ਼ਿੰਦਗੀ ਸਹੀ ਰਸਤੇ 'ਤੇ ਤੁਰ ਪੈਂਦੀ ਹੈ। ਕਲੂਖਤ ਜਨਮਾਂ ਜਨਮਾਂਤਰਾਂ ਦੇ ਕਰਮਾਂ ਦੀ ਕਾਲਕ ਉਤਰ ਜਾਂਦੀ ਹੈ, ਵਿਕਾਰ ਦੂਰ ਹੋ ਜਾਂਦੇ ਹਨ। ਸਾਧ ਕੈ ਸੰਗ ਨਰਕ ਪਰ ਹਰੈ। ਪਰ ਹਰੈ ਯਾਨੀ ਪਰੇ ਹਟ ਜਾਂਦੇ ਹਨ। ਸਾਧ ਜਨਾਂ ਦੀ ਸੰਗਤ ਵਿੱਚ ਆਣ ਕੇ ਜਦੋਂ ਕਲੂਖਤ ਹਰੇ ਜਾਂਦੇ ਹਨ, ਵਿਕਾਰ ਦੂਰ ਹੋ ਜਾਂਦੇ ਹਨ, ਤਾਂ ਫਿਰ ਮਨੁੱਖ ਨਰਕਾਂ ਨੂੰ ਪਰੇ ਕਰ ਦਿੰਦਾ ਹੈ, ਭਾਵ ਬੁਰਾਈਆਂ ਤੋਂ ਬਚ ਜਾਂਦਾ ਹੈ। ਸਾਧ ਕੈ ਸੰਗ ਈਹਾ ਊਹਾ ਸੁਹੇਲਾ। ਸਾਧ ਜਨਾਂ ਦੀ ਸੰਗਤ ਵਿੱਚ ਆਣ ਕੇ ਈਹਾ ਯਾਨੀ ਇਹ ਲੋਕ, ਊਹਾ ਯਾਨੀ ਪਰਲੋਕ, ਦੋਨੋਂ ਹੀ ਸੁਹੇਲੇ ਹੋ ਜਾਂਦੇ ਹਨ। ਉਸ ਨੂੰ ਰੱਬ ਦੇ ਪਿਆਰਿਆਂ ਦੀ ਉਹ ਸਾਂਝ ਮਿਲ ਜਾਂਦੀ ਹੈ ਜੋ ਮਰਨ ਦੇ ਬਾਅਦ ਵੀ ਖਤਮ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਦੱਖਣੇ ਵਿੱਚ ਇਹ ਬੋਲ ਹਨ, ਨਾਨਕ ਕੱਚੜਿਆਂ ਸਿਉ ਤੋੜ, ਢੂਢ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜਹਿ, ਓਏ ਮੋਇਆ ਨ ਜਾਹੀ ਛੋੜ। ਸੰਗਤ ਸੰਸਾਰ ਵਿੱਚ ਤਾਂ ਕਈ ਵਾਰ ਆਪਣੇ ਵੀ ਆਪਣਿਆਂ ਦੀ ਸਹਾਇਤਾ ਨਹੀਂ ਕਰ ਪਾਉਂਦੇ, ਪਰ ਰੱਬ ਦੇ ਪਿਆਰਿਆਂ ਦੀ ਸਾਂਝ ਮਰਨ ਦੇ ਬਾਅਦ ਵੀ ਖਤਮ ਨਹੀਂ ਹੁੰਦੀ। ਗੁਰਮੁਖਾਂ ਦੀ, ਸੰਤਾਂ ਦੀ ਪ੍ਰੀਤ ਪੱਕੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ। ਇਹਾ ਊਹਾ ਦਾ ਇੱਕ ਹੋਰ ਅਰਥ ਵੀ ਦੱਸਿਆ ਜਾਂਦਾ ਹੈ। ਇਹਾ ਜਿਹੜਾ ਜੀਵਨ ਅਸੀਂ ਦੁਨੀਆ ਦੇ ਸਾਹਮਣੇ ਜਿਉਂਦੇ ਹਾਂ, ਯਾਨੀ ਸਾਡਾ ਲਾਈਫ ਸਟਾਈਲ। ਇਸ ਦੇ 3 ਪਾਰਟ ਹਨ, ਦਸਤਾਰ, ਗੁਫਤਾਰ ਤੇ ਰਫਤਾਰ। ਦਸਤਾਰ ਯਾਨੀ ਪਹਿਰਾਵਾ, ਗੁਫਤਾਰ ਯਾਨੀ ਸਾਡੀ ਬੋਲਬਾਣੀ, ਸਾਡੀ ਡੀਲਿੰਗ, ਰਫਤਾਰ ਯਾਨੀ ਚਾਲ ਚਲਨ। ਊਹਾ ਯਾਨੀ ਅੰਦਰੂਨੀ ਜੀਵਨ ਜਿਸ ਬਾਰੇ ਸਾਨੂੰ ਹੀ ਪਤਾ ਹੈ, ਕਿਸੇ ਹੋਰ ਨੂੰ ਅਸੀਂ ਕੁਝ ਪਤਾ ਹੀ ਨਹੀਂ ਲੱਗਣ ਦਿੰਦੇ। ਗੁਰੂ ਕੇ ਸਿੱਖ ਦਾ ਇਹਾ ਊਹਾ ਦੋਨੋਂ ਸੰਵਰ ਜਾਂਦੇ ਹਨ, ਯਾਨੀ ਅੰਦਰੋਂ ਬਾਹਰੋਂ ਉਸ ਦਾ ਜੀਵਨ ਇੱਕ ਹੀ ਹੁੰਦਾ ਹੈ, ਉਹ ਦੋਗਲਾ ਨਹੀਂ ਹੁੰਦਾ, ਉੱਚਾ ਤੇ ਸੁੱਚਾ ਹੁੰਦਾ ਹੈ। ਅਗਲੀ ਤੁਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਸਾਧ ਸੰਗ ਪਿਛਰਤ ਹਰ ਮੇਲਾ। ਪਿਛਰਤ ਯਾਨੀ ਪ੍ਰਭੂ ਤੋਂ ਵਿਛੜੇ ਹੋਏ ਦਾ। ਸਾਧੂ ਜਨ ਨਾਮ ਤੋਂ ਟੁੱਟੇ ਹੋਏ, ਵਾਹਿਗੁਰੂ ਤੋਂ ਵਿਛੜੇ ਹੋਏ ਸੱਜਣਾਂ ਨੂੰ ਫਿਰ ਨਾਮ ਨਾਲ ਮਿਲਾ ਦਿੰਦੇ ਹਨ, ਪਰਮਾਤਮਾ ਨਾਲ ਸਾਂਝ ਕਰਾ ਦਿੰਦੇ ਹਨ। ਇਹ ਨਿਸ਼ਾਨੀ ਸਾਧਕੀ ਜਿਸ ਭੀਟਤ ਤਰੀਐ, ਜਮ ਕੰਕਰ ਨੇੜ ਨ ਆਵਈ, ਫਿਰ ਬਹੁੜ ਨ ਮਰੀਐ। ਇਹ ਪਹਿਚਾਨ ਹੈ ਸਾਧ ਜਨਾਂ ਦੀ, ਜਿਨ੍ਹਾਂ ਦੇ ਮਿਲਾਪ ਤੇ ਡੁੱਬਾ ਹੋਇਆ ਮਨ ਤਰਨ ਲੱਗ ਪੈਂਦਾ ਹੈ, ਸੰਸਾਰ ਦੇ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ, ਮਨੁੱਖ ਦਾ ਨਜ਼ਰੀਆ ਬਦਲ ਜਾਂਦਾ ਹੈ। ਨਜ਼रें बदली तो नज़ारा बदल गया, किश्ती ने जरा सा रुख बदला तो किनारा बदल गया। साध जन परमात्मा नालों विछड़े हुए जीव नूं फिर उस नाल मिला दिंदे हन। जो इच्छा है सोई फल पावै। गुरमुखां दी संगत विच रह के मनुख जो इच्छा करता है, जिस चीज़ की अरदास करता है, वह पूरी हो जाती है। दुआ जब दिल से होती है तो मंजूर होती है, यही एक मुश्किल है कि बड़ी मुश्किल से होती है।
ਸਾਧ ਜਨ ਸਾਧ ਸੰਗਤ ਵਿੱਚ ਮਨੁੱਖ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਪਾਸੋਂ ਇੱਕ ਬਾਲਕ ਬਣ ਕੇ ਕੀ ਮੰਗਣਾ ਹੈ। ਉਹ ਪਰਮਾਤਮਾ ਪਾਸੋਂ ਪਰਮਾਤਮਾ ਨੂੰ ਹੀ ਮੰਗ ਲੈਂਦਾ ਹੈ। सब कुछ खुदा से मांग लिया, खुदा को मांग कर उठ सके न मेरे हाथ इस दुआ के बाद। वाहिगुरु दी मिलाप तो बाद फिर होर कुछ मंगना बाकी ही नहीं रह जाता। गुरु साहिब अगे फरमांदे हन, साध कै संग न बिरथा जावे। गुरमुखां दी संगत विचों मनुख बेमुराद हो के नहीं जाता। उसका कीता होया संकल्प पूर्ण हो जाता है। वह सफल होके इस संसार तो वापस जाता है। पार ब्रह्म साध रिद बसै। रिद यानी हिरदा अकाल पुरख संत जना के हिरदे विच वसदा है। नानक उधरै साध सुन रसै। ਜਿਹੜੇ ਜਿਹੜੇ ਵੀ ਸਾਧ ਜਨਾਂ ਦੀ ਰਸਨਾ ਤੋਂ ਪਰਮਾਤਮਾ ਦਾ ਜਸ ਸੁਣਦੇ ਹਨ, ਉਹ ਪਰਮਾਤਮਾ ਨਾਲ ਜੁੜ ਜਾਂਦੇ ਹਨ। ਉਹਨਾਂ ਦੀ ਰਸਨਾ ਤੇ ਰਸ ਆ ਜਾਂਦਾ ਹੈ, ਉਹ ਨਿਹਾਲ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ, ਸਾਧ ਜਨਾਂ ਦੀ ਰਸਨਾ ਤੋਂ ਪਰਮਾਤਮਾ ਦਾ ਜਸ ਸੁਣਦੇ ਸੁਣਦੇ ਮਨੁੱਖ ਦਾ ਉद्धार ਹੋ ਜਾਂਦਾ ਹੈ, ਉਹ ਬਖਸ਼ਿਆ ਜਾਂਦਾ ਹੈ। ਸਾਧ ਕੈ ਸੰਗ ਸੁਨੋ ਹਰਿ ਸਾਧ ਕੈ ਸੰਗ ਸੁਨੋ ਹਰਿ ਨਾਮ। 7ਵੇਂ ਪਦੇ ਦੀ ਸ਼ੁਰੂਆਤ ਵਿੱਚ ਗੁਰੂ ਸਾਹਿਬ ਆਪ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ, हे मेरे मालक मेरे ते भी कृपा कर। मैं भी साध जनां दी संगत विच तेरा नाम सुना, तेरी वडियाई गावां। इत्थे गुरु साहिबान ने सुनो कहा है। ऊड़े दे थल्ले औंकड़ है, यानी छोटे ऊ दी मात्रा है। इसनूं बिंदी लगा के उच्चारना है सुनो, जिसका अर्थ है मैं भी सुना। जेकर ऊड़े दी जगह ਹਾਹੇ ਦੇ ਥੱਲੇ ਔਂਕੜ ਹੁੰਦਾ ਤਾਂ ਦੂਸਰਿਆਂ ਵਾਸਤੇ ਐਡਵਾਈਸ ਹੁੰਦੀ। ਆਪ ਈਸ਼ਵਰ ਸਰੂਪ ਹੋਣ ਦੇ ਬਾਵਜੂਦ ਗੁਰੂ ਸਾਹਿਬ ਸਾਡੇ ਨਾਲ ਆ ਖੜੇ ਹੋ ਗਏ ਕਿ ਕਿਤੇ ਜੀਵ ਨੂੰ ਸਤ ਸੰਗਤ ਦੀ ਹਉਮੈ ਨਾ ਹੋ ਜਾਵੇ। ਇਸੇ ਤਰ੍ਹਾਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਫਰਮਾਇਆ ਹੈ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ। ਇੱਥੇ ਕਰੋ ਵਿੱਚ ਊੜੇ ਨੂੰ ਔਂਕੜ ਹੈ ਅਤੇ ਸੁਣੋ ਵਿੱਚ ਹਾਹੇ ਨੂੰ ਔਂਕੜ ਹੈ। ਅਰਥ ਹਨ, हे ਮੇਰੇ ਮਿੱਤਰੋ ਸੁਣੋ। ਮੈਂ ਬੇਨਤੀ ਕਰਦਾ ਹਾਂ, ਇਹ ਗੁਰਮੁਖਾਂ ਦੀ ਸੰਤਾਂ ਦੀ ਸੇਵਾ ਕਰਨ ਦਾ ਵੇਲਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਸਾਧ ਕੈ ਸੰਗ ਸੁਣੋ ਹਰਿ ਨਾਮ। ਸੰਤਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਸੁਣਾ। ਸਤ ਸੰਗਤ ਕਿਸੇ ਹੋਰ ਦਾ ਨਹੀਂ। गुरु साहिब ਨੂੰ ਪੁੱਛੀਏ ਕਿ ਸਤਸੰਗਤ ਕੀ ਹੈ, ਸਤਸੰਗਤ ਕੈਸੀ ਜਾਣੀ ਹੈ। ਸਾਹਿਬ ਜਵਾਬ ਦਿੰਦੇ ਹਨ, ਜਿੱਥੈ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਪੁਛਾਏ ਜੀਓ। ਜਿੱਥੇ ਪਰਮੇਸ਼ਵਰ ਦੀ ਸਿਫਤੋ ਸਲਾਹ ਹੋਵੇ, ਜਿੱਥੇ ਇੱਕ ਦੇ ਗੁਣਾਂ ਦਾ ਗਾਇਨ ਹੋਵੇ, ਉਹ ਸਤਸੰਗਤ ਹੈ। ਬਾਕੀ ਤਾਂ ਭੀੜ ਹੀ ਹੈ। ਇਸੇ ਲਈ ਗੁਰੂ ਸਾਹਿਬ ਜ਼ੋਰ ਦੇ ਕੇ ਕਹਿ ਰਹੇ ਨੇ, ਮੈਂ ਵੀ ਸਾਧ ਜਨਾਂ ਦੀ ਸੰਗਤ ਵਿੱਚ ਤੇਰਾ ਨਾਮ ਸੁਣਾ, ਤੇਰੀ ਵਡਿਆਈ ਗਾਵਾਂ। ਕਿਉਂ? ਇਸ ਲਈ ਕਿਉਂਕਿ ਗੁਣ ਕਹੇ ਗੁਣੀ ਸਮਾਵਣਿਆ। ਜਿਸ ਤੇ ਬਾਰ-ਬਾਰ ਗੁਣ ਗਾਈਏ, ਵਡਿਆਈ ਕਰੀਏ, ਉਸ ਦੇ ਵਰਗਾ ਸੁਭਾਵ ਹੋ ਜਾਂਦਾ ਹੈ ਅਤੇ ਆਖਿਰਕਾਰ ਉਸ ਵਿੱਚ ਇੱਕ ਮਿਕ ਹੋ ਜਾਈਦਾ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਹਨ, ਸਾਧ ਕੈ ਸੰਗ ਨ ਮਨ ਤੇ ਬਿਸਰੈ। ਜਦੋਂ ਲਗਾਤਾਰ ਕਿਸੇ ਦੇ ਗੁਣ ਗਾਉਂਦੇ ਰਹੀਏ ਤਾਂ ਫਿਰ ਉਹ ਕਦੇ ਵਿਸਰਦਾ ਨਹੀਂ। ਕਈ ਵਾਰ ਅਸੀਂ ਮੂੰਹ ਤੋਂ ਗੁਰਬਾਣੀ ਗਾ ਰਹੇ ਹੁੰਦੇ ਹਾਂ, ਪਰ ਮਨ ਤੋਂ ਕਿਤੇ ਹੋਰ ਹੁੰਦੇ ਹਾਂ। ਜਪਜੀ ਪੜ੍ਹਦੇ ਪੜ੍ਹਦੇ ਰਹਿਰਾਸ ਸਾਹਿਬ ਵੱਲ ਤੁਰ ਪੈਂਦੇ ਹਾਂ, ਕਿਉਂਕਿ ਜ਼ੁਬਾਨ ਪਾਠ ਕਰ ਰਹੀ ਹੁੰਦੀ ਹੈ, ਮਨ ਕਿਤੇ ਹੋਰ ਹੁੰਦਾ ਹੈ। ਇਸੇ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗੁਰਮੁਖਾਂ ਦੀ ਬਾਰੰਬਾਰ ਸੰਗਤ ਕਰਦੇ ਕਰਦੇ ਪਰਮਾਤਮਾ ਮਨ ਤੋਂ ਨਹੀਂ ਵਿਸਰਦਾ, ਆਪਣੇ ਆਪ ਨਿਰੰਤਰ ਉਸ ਦੀ ਯਾਦ ਚਲਦੀ ਰਹਿੰਦੀ ਹੈ। ਪਰਮਾਤਮਾ ਦੀ ਯਾਦ ਦਾ ਡਾਟਾ ਸਾਡੇ ਮਨ ਦੇ ਸੌਫਟਵੇਅਰ ਵਿੱਚ ਫੀਡ ਹੋ ਜਾਂਦਾ ਹੈ।
ਰਾਮਕਲੀ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਬੜਾ ਪਿਆਰਾ ਸ਼ਬਦ ਹੈ। ਉਹਨਾਂ ਦੇ ਮਿੱਤਰ ਤ੍ਰਿਲੋਚਨ ਜੀ ਉਹਨਾਂ ਨੂੰ ਕਹਿੰਦੇ ਹਨ, ਨਾਮਿਆ ਤੂੰ ਤਾਂ ਕੰਮ ਕਰਨ ਵਿੱਚ ਲੱਗਾ ਰਹਿੰਦਾ ਹੈ, ਪਰਮਾਤਮਾ ਦੀ ਭਗਤੀ ਕਿਉਂ ਨਹੀਂ ਕਰਦਾ? ਭਗਤ ਨਾਮਦੇਵ ਜੀ ਦਾ ਜਵਾਬ ਆਈ ਓਪਨਰ ਹੈ। ਉਹ ਕਹਿੰਦੇ ਹਨ, ਮੇਰੇ ਮਿੱਤਰ, ਤੇਰੀ ਭਗਤੀ ਜਿਹੜੀ ਭਗਤੀ ਤੂੰ ਸਮਝਦਾ ਹੈ ਮੈਂ ਉਹ ਨਹੀਂ ਕਰਦਾ। ਮੇਰੀ ਭਗਤੀ ਤਾਂ ਹਰ ਵੇਲੇ ਹੀ ਚਲਦੀ ਰਹਿੰਦੀ ਹੈ। ਹਾਂ ਨੀਲੇ ਕਾਗਦ ਕਾਟੀਲੇ ਗੁਡੀ ਆਕਾश मथे भरमीयले पंच जना से बात बतौआ चीत सो डोरी राखीयले। ਉਦਾਹਰਣ ਦੇ ਰਹੇ ਨੇ ਗੁੱਡੀ ਦਾ, ਜਿਸ ਨੂੰ ਪਤੰਗ ਵੀ ਕਹਿੰਦੇ ਨੇ, ਕਾਈਟ ਵੀ ਕਹਿੰਦੇ ਨੇ। ਜਿਸ ਤਰ੍ਹਾਂ ਬੱਚੇ ਗੁੱਡੀ ਨੂੰ ਆਸਮਾਨ ਵਿੱਚ ਉਡਾਉਂਦੇ ਹਨ, ਉਹ ਸਾਥੀਆਂ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ, ਪਰ ਉਹਨਾਂ ਦਾ ਮਨ ਗੁੱਡੀ ਦੀ ਡੋਰ ਵਿੱਚ ਟਿਕਿਆ ਰਹਿੰਦਾ ਹੈ। मन राम नामा बेदियले जैसे कनक कला चित माटीयले। ਜਿਵੇਂ ਸੁਨਿਆਰੇ ਯਾਨੀ ਗੋਲਡ ਸਮਿਥ ਦਾ ਮਨ ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਵੀ ਕੁਠਾਲੀ ਯਾਨੀ ਫਰਨਿਸ ਵਿੱਚ ਪਾਏ ਹੋਏ ਸੋਨੇ ਵਿੱਚ ਜੁੜਿਆ ਰਹਿੰਦਾ ਹੈ, ਤਿਵੇਂ ਹੀ ਨਾਮਦੇਵ ਜੀ ਕਹਿ ਰਹੇ ਨੇ ਕਿ ਮੇਰਾ ਮਨ ਪਰਮਾਤਮਾ ਦੇ ਨਾਮ ਨਾਲ ਵਿਛਾ ਹੋਇਆ ਹੈ। ਸਾਧਕੈ ਸੰਗ ਨ ਮਨ ਤੇ ਬਿਸਰੈ। ਇਨਸਾਨ ਕੰਮ ਸਾਰੇ ਕਰਦਾ ਰਹੇ, ਪਰ ਉਸਦੇ ਮਨ ਵਿੱਚ ਸਬਕੌਂਸ਼ੀਅਸ ਮਾਈਂਡ ਵਿੱਚ ਪਰਮਾਤਮਾ ਦੀ ਯਾਦ ਹਰਦਮ ਚਲਦੀ ਰਹੇ, ਕਦੇ ਵਿਸਰੇ ਨਹੀਂ। ਸਾਸ ਸਾਸ ਸਿਮਰਹੁ ਗੋਬਿੰਦ। ਪਰਮਾਤਮਾ ਦੀਆਂ ਰਹਿਮਤਾਂ ਦਾ ਅਸੀਂ ਸ਼ੁਕਰ ਕਰਦੇ ਰਹੀਏ। ਸਾਧ ਸੰਗ ਸਰ ਪਰ ਨਿਸਤਰ ਹੈ। ਸਰ ਪਰ ਯਾਨੀ ਜ਼ਰੂਰ, ਹਰ ਹਾਲਤ ਵਿੱਚ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧ ਸੰਗਤ ਵਿੱਚ ਹਰ ਹਾਲਤ ਵਿੱਚ ਮਨੁੱਖ ਵਿਕਾਰਾਂ ਤੋਂ ਬਚ ਨਿਕਲਦਾ ਹੈ, ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਹੋ ਨਹੀਂ ਸਕਦਾ ਕਿ ਕੱਪੜੇ ਉਤਾਰ ਕੇ ਅਸੀਂ ਪਾਣੀ ਵਿੱਚ ਡੁੱਬੀ ਲਗਾਈਏ ਪਰ ਸਰੀਰ ਗਿੱਲਾ ਨਾ ਹੋਵੇ। ਜੇਕਰ ਆਪਾਂ ਤਿਆਗ ਕੇ ਗੁਰਬਾਣੀ ਵਿੱਚ ਡੁੱਬੀ ਲਗਾਵਾਂਗੇ, ਮਨ ਕਰਕੇ ਗਾਇਨ ਕਰਾਂਗੇ, ਸੁਣਾਂਗੇ ਅਤੇ ਫਿਰ ਉਸ ਦੇ ਅਨੁਸਾਰ ਜ਼ਿੰਦਗੀ ਜੀਵਾਂਗੇ ਤਾਂ ਡੈਫੀਨਿਟਲੀ ਜ਼ਿੰਦਗੀ ਸਫਲ ਹੋ ਜਾਏਗੀ। ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਦੀ ਇੱਕ ਛੋਟੀ ਜਿਹੀ ਸਾਖੀ ਆਪ ਜੀ ਨਾਲ ਸਾਂਝੀ ਕਰਦਾ ਹਾਂ। ਗੁਰੂ ਸਾਹਿਬ ਕਿਤੇ ਜਾ ਰਹੇ ਸਨ। ਰਸਤੇ ਵਿੱਚ ਸਾਹਿਬਾਂ ਨੇ ਇੱਕ ਸਿੱਖ ਨੂੰ ਕਿਹਾ ਕਿ ਜਿਹੜਾ ਰੂੜੀ ਤੇ ਕੁੱਜਾ ਪਿਆ ਹੈ ਨਾ, ਉਹ ਚੁੱਕ ਕੇ ਲਿਆਓ। ਸਿੱਖ ਲੈ ਕੇ ਆ ਗਿਆ ਤਾਂ ਗੁਰੂ ਸਾਹਿਬ ਨੇ ਸਭ ਸਿੱਖਾਂ ਨੂੰ ਵਿਖਾਉਂਦੇ ਹੋਏ ਕਿਹਾ, ਇਸ ਕੁੱਜੀ ਵਿੱਚ ਮਾਈ ਨੇ ਘਿਓ ਰੱਖਿਆ ਸੀ, ਘਿਓ ਕੱਢ ਕੇ ਵਰਤ ਲਿਆ, ਪਰ ਥਿੰਦਾ ਯਾਨੀ ਚਿਕਨਾਈ ਅਜੇ ਵੀ ਕੁੱਜੇ ਨਾਲ ਲੱਗੀ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਦਾ ਥਿੰਦਾ ਕਦੇ ਨਹੀਂ ਹਟਦਾ, ਜ਼ਰੂਰ ਆਪਣੀ ਪਹਿਚਾਨ ਛੋੜ ਜਾਂਦਾ ਹੈ, ਛਾਪ ਛੋੜ ਜਾਂਦਾ ਹੈ। ਸਾਧ ਜਨਾਂ ਦੀ ਸੰਗਤ ਕਦੇ ਨਾ ਕਦੇ ਦੇਰ ਸਵੇਰ ਰੰਗ ਲੈ ਕੇ ਹੀ ਆਏਗੀ। ਸਾਧਕੈ ਸੰਗ ਲਗੈ ਪ੍ਰਭ ਮਿੱਠਾ। ਜੇਕਰ ਅਸੀਂ ਆਤਮ ਪੜਚੋਲ ਕਰੀਏ, ਇੰਟਰੋਸਪੈਕਟ ਕਰੀਏ ਕਿ ਸਾਨੂੰ ਕੀ ਮਿੱਠਾ ਲੱਗਦਾ ਹੈ, ਸੰਸਾਰ ਜਾਂ ਨਿਰੰਕਾਰ। ਅਸਲੀਅਤ ਤਾਂ ਇਹ ਹੈ ਕਿ ਸਾਨੂੰ ਸੰਸਾਰੀ ਜੀਵਾਂ ਨੂੰ ਸੰਸਾਰ ਹੀ ਮਿੱਠਾ ਲੱਗਦਾ ਹੈ। ਰਾਤ ਦਿਨ ਅਸੀਂ ਸੰਸਾਰਕ ਪਦਾਰਥਾਂ ਵਿੱਚ ਮਸ਼ਗੂਲ ਰਹਿੰਦੇ ਹਾਂ। ਗੁਰੂ ਸਾਹਿਬ ਦਾ ਫੁਰਮਾਨ ਹੈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਸਾਕਤ ਦਾ ਸੁਭਾਵ ਹੈ, ਉਸ ਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਵਿਕਾਰਾਂ ਨੂੰ ਮਿੱਠਾ ਸਮਝਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧਕੈ ਸੰਗ ਲਗੈ ਪ੍ਰਭ ਮਿੱਠਾ। ਸਾਧ ਜਨਾਂ ਦੀ ਸੰਗਤ ਵਿੱਚ ਪ੍ਰਭੂ ਮਿੱਠਾ ਲੱਗਣ ਲੱਗ ਪੈਂਦਾ ਹੈ। ਕਦੀ ਬਾਬਾ ਫਰੀਦ ਜੀ ਨੇ ਪਰਮਾਤਮਾ ਦੇ ਨਾਮ ਦੇ ਸਵਾਦ ਨੂੰ ਮਹਿਸੂਸ ਕੀਤਾ ਸੀ। ਆਪਣੀ ਮਾਤਾ ਨੂੰ ਬੋਲੇ, ਹੇ ਅੰਮੀ, ਜਦੋਂ ਤੂੰ ਮੈਨੂੰ ਟੋਰਿਆ ਸੀ ਉਦੋਂ ਮੈਨੂੰ ਸ਼ੱਕਰ ਬਹੁਤ ਮਿੱਠੀ ਲੱਗਦੀ ਸੀ, ਪਰ ਹੁਣ ਮੈਨੂੰ ਰੱਬ ਦੇ ਸਵਾਦ ਦਾ ਪਤਾ ਲੱਗ ਗਿਆ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਤੁਤ, ਸਭੇ ਵਸਤੂ ਮਿੱਠੀਆਂ ਰੱਬ ਨ ਪੂਜਨ ਤੁਤ। ਹੇ ਰੱਬ ਜੀ, ਸ਼ੱਕਰ ਖੰਡ ਮਿਸ਼ਰੀ ਗੁੜ ਸ਼ਹਿਦ ਅਤੇ ਮਾਝਾ ਤੁਤ ਤੇਰੇ ਨਾਮ ਦੀ ਮਿਠਾਸ ਤੱਕ ਨਹੀਂ ਅੱਪੜ ਸਕਦੇ। ਇਹ ਸਾਰੀਆਂ ਮਿੱਠੀਆਂ ਵਸਤੂਆਂ ਤੇਰੇ ਨਾਮ ਦੀ ਮਿਠਾਸ ਦੇ ਸਾਹਮਣੇ ਤੁੱਛ ਹਨ।
ਇਹ ਮਹਾਤਮ ਹੈ ਸਾਧ ਸੰਗਤ ਦਾ। ਪਹਿਲੇ ਸੰਸਾਰ ਮਿੱਠਾ ਲੱਗਦਾ ਸੀ, ਸਾਧ ਸੰਗਤ ਵਿੱਚ ਰਹਿ ਕੇ ਪਰਮਾਤਮਾ ਮਿੱਠਾ ਲੱਗਣ ਲੱਗ ਪਿਆ। ਸਾਧੂ ਕੈ ਸੰਗ ਘਟ ਘਟ ਡੀਠਾ, ਘਟ ਘਟ ਹਰ ਸਰੀਰ ਵਿੱਚ। ਸਾਧੂਆਂ ਦੀ ਸੰਗਤ ਵਿੱਚ ਮਨੁੱਖ ਨੂੰ ਸਾਰਿਆਂ ਵਿੱਚ ਪਰਮੇਸ਼ਵਰ ਨਜ਼ਰ ਆਉਂਦਾ ਹੈ। ਤੇਰ ਮੇਰ ਮੁੱਕ ਜਾਂਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕਉ ਬਨ ਆਈ। ਸਾਧ ਸੰਗਤ ਜੀ, ਜਦੋਂ ਵੀ ਇਹੋ ਜਿਹਾ ਪ੍ਰਕਰਣ ਆਉਂਦਾ ਹੈ ਤਾਂ ਭਾਈ ਕਨ੍ਹਈਆ ਜੀ ਦਾ ਜ਼ਿਕਰ ਕੀਤੇ ਬਿਨਾਂ ਨਹੀਂ ਰਹਿ ਸਕਦੇ। ਕਿਵੇਂ ਉਹ ਜ਼ਖਮੀ ਦੁਸ਼ਮਣਾਂ ਵਿੱਚ ਵੀ ਗੁਰੂ ਸਾਹਿਬ ਦਾ ਦੀਦਾਰ ਕਰਦੇ ਸਨ, ਬਿਨਾਂ ਕਿਸੇ ਮੇਰ ਤੇਰ ਦੇ। ਸਾਰਿਆਂ ਨੂੰ ਪਾਣੀ ਵੀ ਪਿਲਾਉਂਦੇ ਸਨ, ਮਰਹਮ ਪੱਟੀ ਵੀ ਕਰਦੇ ਸਨ। ਸਾਧ ਸੰਗ ਭਏ ਆਗਿਆਕਾਰੀ। ਸਾਧੂਆਂ ਦੀ ਸੰਗਤ ਕੀਤਿਆਂ ਜੀਵ ਪ੍ਰਭੂ ਦਾ ਹੁਕਮ ਮੰਨਣ ਲੱਗ ਪੈਂਦਾ ਹੈ, ਆਗਿਆਕਾਰੀ ਹੋ ਜਾਂਦਾ ਹੈ। ਸਾਧ ਸੰਗ ਗਤ ਭਈ ਹਮਾਰੀ। ਸਾਧ ਸੰਗਤ ਕਰਦੇ ਹੋਏ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਇਨਸਾਨ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਮਨੁੱਖ ਵਿਕਾਰੀ ਤੋਂ ਪਰ ਉਪਕਾਰੀ ਬਣ ਜਾਂਦਾ ਹੈ। ਹੁਕਮ ਮਨ ਹੈ ਹੋਵੈ ਪਰਵਾਨ, ਤਾਂ ਖਸਮੈ ਕਾ ਮਹਲ ਪਾਏ ਸੀ। ਜ਼ਿੰਦਗੀ ਸਫਲ ਹੋ ਜਾਂਦੀ ਹੈ। ਜੀਵ ਪਰਮਾਤਮਾ ਨਾਲ ਇੱਕ ਮਿੱਕ ਹੋ ਜਾਂਦਾ ਹੈ। ਸਾਧ ਕੈ ਸੰਗ ਮਿਟੈ ਸਭ ਰੋਗ। ਸਾਧ ਸੰਗਤ ਵਿੱਚ ਵਿਕਾਰ ਆਦਿਕ ਸਾਰੇ ਰੋਗ ਮਿਟ ਜਾਂਦੇ ਹਨ। ਨਾਨਕ ਸਾਧ ਭੇਟੇ ਸੰਜੋਗ। ਸੰਜੋਗ ਯਾਨੀ ਭਾਗਾਂ ਨਾਲ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧ ਜਨਾਂ ਦਾ ਮੇਲ ਵੱਡੇ ਭਾਗਾਂ ਨਾਲ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹੱਲਾ ਪੰਜਵਾਂ। ਸੁਤੇ ਸਿੱਧ ਹੀ ਮਹਾਤਮਾ ਮਿਲ ਗਏ ਵਾਲਮੀਕੀ ਜੀ ਨੂੰ। ਕਹਿਣ ਲੱਗੇ ਰਾਮ ਰਾਮ ਜਪਿਆ ਕਰ। ਫਿਰ ਵਾਲਮੀਕੀ ਜੀ ਦੇ ਜੀਵਨ ਵਿੱਚ ਉਹ ਅਚਰਜ ਹੋਇਆ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ। ਹੁਣ ਇਸ ਅਸ਼ਟਪਦੀ ਦੇ ਆਖਰੀ ਪਦੇ ਦੀ ਵਿਚਾਰ ਕਰਾਂਗੇ। ਅਜੇ ਤੱਕ ਗੁਰੂ ਸਾਹਿਬ ਸਾਧ ਸੰਗਤ ਦੀ ਉਪਮਾ ਕਰ ਰਹੇ ਸਨ। ਹੁਣ ਸਾਧੂ ਦੀ ਮਹਿਮਾ ਤੋਂ ਸਾਨੂੰ ਜਾਣੂ ਕਰਾਂਗੇ। ਗੁਰੂ ਸਾਹਿਬ ਫਰਮਾਉਂਦੇ ਹਨ, ਸਾਧ ਕੀ ਮਹਿਮਾ ਵੇਦ ਨ ਜਾਣਹਿ। ਮਹਿਮਾ ਯਾਨੀ ਵਡਿਆਈ। ਸਾਧ ਦੀ ਵਡਿਆਈ ਵੇਦ ਵੀ ਨਹੀਂ ਜਾਣਦੇ। ਧਾਰਮਿਕ ਪੁਸਤਕਾਂ ਵੀ ਸਾਧੂ ਦੀ ਵਡਿਆਈ ਤੱਕ ਨਹੀਂ ਪਹੁੰਚ ਸਕਦੀਆਂ। ਜੇਤਾ ਸੁਨਹਿ ਤੇਤਾ ਪਖਿਆਨਹਿ। ਜੇਤਾ ਯਾਨੀ ਜਿਤਨਾ, ਤੇਤਾ ਯਾਨੀ ਉਤਨਾ। ਉਹ ਜਿਤਨਾ ਸੁਣਦੇ ਹਨ ਉਤਨਾ ਹੀ ਬਿਆਨ ਕਰ ਦਿੰਦੇ ਹਨ, ਪਰ ਸਾਧ ਦੀ ਮਹਿਮਾ ਬਿਆਨ ਕਰਨ ਤੋਂ ਵੀ ਪਰੇ ਹੈ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ। ਸਾਧੂ ਦੀ ਉਪਮਾ ਤਿੰਨਾਂ ਗੁਣਾਂ ਤੋਂ ਪਰੇ ਹੈ। ਇਹ ਤਿੰਨ ਗੁਣ ਹਨ, ਰਜੋ, ਤਮੋ, ਸਤੋ। ਰਜੋ ਦਾ ਮਤਲਬ ਹੈ ਰਾਜਸੀ ਸੁਭਾਅ, ਦੂਸਰੇ ਇਨਸਾਨ ਨੂੰ ਆਪਣੇ ਅਧੀਨ ਕਰ ਲੈਣਾ। ਰਜੋ ਸ਼ਬਦ ਬਣਿਆ ਹੈ ਰੱਸੀ ਤੋਂ, ਦੂਸਰੇ ਨੂੰ ਬੰਨ੍ਹ ਕੇ ਰੱਖਣਾ। ਸਾਧੂਆਂ ਦਾ ਸੁਭਾਅ ਰਾਜਸੀ ਨਹੀਂ ਹੁੰਦਾ, ਦੂਜੇ ਮਨੁੱਖ ਨੂੰ ਆਪਣੇ ਨਾਲ ਨਹੀਂ ਬੰਨ੍ਹਦੇ। ਇਹੀ ਸੁਭਾਅ ਰੱਬ ਦਾ ਹੈ। ਦੂਸਰਾ ਗੁਣ ਹੈ ਤਮੋ। ਤਮੋ ਯਾਨੀ ਤਮਾ, ਇੱਛਾ ਰੱਖਣੀ, ਸੰਸਾਰਿਕ ਮਾਇਆ ਵਾਸਤੇ ਦੌੜ ਭੱਜ ਕਰਨੀ। ਇਹ ਵੀ ਉਹਨਾਂ ਵਿੱਚ ਨਹੀਂ ਹੈ। ਤੀਸਰਾ ਗੁਣ ਹੈ ਸਤੋ, ਸਾਤਵਿਕ। ਧਾਰਮਿਕ ਕਰਮ ਕਾਂਡ ਵਿੱਚ ਦੂਜਿਆਂ ਨੂੰ ਭਰਮਾਉਣਾ, ਪਰ ਰੱਬ ਨਾਲ ਅਸਲ ਨੇੜਤਾ ਘੱਟ ਹੋਣੀ, ਇਹ ਵੀ ਉਹਨਾਂ ਵਿੱਚ ਨਹੀਂ ਹੈ। ਇਸ ਤਰ੍ਹਾਂ ਸਾਧੂ ਜਨ ਤਿੰਨਾਂ ਗੁਣਾਂ ਤੋਂ ਪਰੇ ਰਹਿੰਦੇ ਹਨ। ਸਾਧ ਕੀ ਉਪਮਾ ਰਹੀ ਭਰਪੂਰ। ਰਹੀ ਭਰਪੂਰ ਯਾਨੀ ਸਭ ਥਾਈਂ ਵਿਆਪਕ ਹੈ। ਸਾਧੂ ਦੀ ਉਪਮਾ ਉਸ ਦੇ ਗੁਣਾਂ ਨਾਲ ਨਕਾਨਕ ਭਰੀ ਹੁੰਦੀ ਹੈ। ਉਸ ਦੀ ਬਿਰਤੀ ਕੇਵਲ ਇੱਕ ਜਗ੍ਹਾ 'ਤੇ ਹੀ ਟਿਕੀ ਰਹਿੰਦੀ ਹੈ, ਇੱਕ ਰਸ ਹੁੰਦੀ ਹੈ, ਕਿਸੇ ਹੋਰ ਪਾਸੇ ਉਸ ਦਾ ਧਿਆਨ ਜਾਂਦਾ ਹੀ ਨਹੀਂ। ਇੱਕ ਗਾਥਾ ਆਪ ਜੀ ਨਾਲ ਸ਼ੇਅਰ ਕਰਦਾ ਹਾਂ। ਮੁਗਲ ਸਲਤਨਤ ਵਿੱਚ ਇੱਕ ਵਾਰੀ ਇੱਕ ਬਾਦਸ਼ਾਹ ਦੇ ਵਜ਼ੀਰ ਨੇ ਸਵਾਲ ਕੀਤਾ ਇੱਕ ਫਕੀਰ ਨੂੰ, ਕੀ ਕਾਰਨ ਹੈ ਕਿ ਮੇਰਾ ਮਨ ਪਰਮੇਸ਼ਵਰ ਵੱਲ ਨਹੀਂ ਲੱਗਦਾ, ਤੁਹਾਡਾ ਕਿਉਂ ਲੱਗਦਾ ਹੈ?
ਫਕੀਰ ਨੇ ਕਿਹਾ, ਇਸ ਦਾ ਜਵਾਬ ਕੱਲ੍ਹ ਦਿਆਂਗੇ। ਫਕੀਰ ਨੇ ਬਾਦਸ਼ਾਹ ਨੂੰ ਕਿਹਾ ਕਿ ਆਪਣੇ ਵਜ਼ੀਰ ਨੂੰ ਇਹ ਗੱਲ ਕਹਿ ਦਿਓ ਕਿ ਆਪਣੇ ਹੱਥ ਵਿੱਚ ਪਾਣੀ ਦਾ ਕੌਲਾ ਫੜ ਕੇ, ਜਿਹੜਾ ਬਿਲਕੁਲ ਨਕਾਨਕ ਭਰਿਆ ਹੋਵੇ, ਲਾਹੌਰ ਦਾ ਪੂਰਾ ਅਨਾਰਕਲੀ ਬਾਜ਼ਾਰ ਪਾਰ ਕਰਨਾ ਹੈ। ਜੇਕਰ ਇੱਕ ਬੂੰਦ ਵੀ ਡਿੱਗ ਪਈ ਤਾਂ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਏਗਾ। ਕੌਲਾ ਹੱਥ ਵਿੱਚ ਫੜ ਕੇ ਇਸ ਵਜ਼ੀਰ ਨੇ ਬੜੀ ਇਕਾਗਰਤਾ ਨਾਲ ਹੌਲੀ ਹੌਲੀ ਚੱਲਣਾ ਸ਼ੁਰੂ ਕੀਤਾ। ਪੂਰਾ ਬਾਜ਼ਾਰ ਪਾਰ ਕਰ ਗਿਆ। ਫਿਰ ਇਸ ਨੂੰ ਪੁੱਛਿਆ ਗਿਆ ਕਿ ਰਸਤੇ ਵਿੱਚ ਤੁਹਾਨੂੰ ਕੌਣ-ਕੌਣ ਮਿਲਿਆ? ਵਜ਼ੀਰ ਦਾ ਜਵਾਬ ਸੀ, ਤੁਹਾਨੂੰ ਮਿਲਣ ਦੀ ਪਈ ਹੈ, ਮੈਨੂੰ ਤਾਂ ਸੀ ਕਿ ਇੱਕ ਬੂੰਦ ਵੀ ਡਿੱਗ ਗਈ ਤਾਂ ਜਾਨ ਚਲੀ ਜਾਏਗੀ, ਮੈਂ ਕਿਸੇ ਵੱਲ ਨਹੀਂ ਦੇਖਿਆ। ਫਕੀਰ ਨੇ ਵਜ਼ੀਰ ਨੂੰ ਕਿਹਾ, ਤੁਹਾਡਾ ਜਵਾਬ ਆ ਗਿਆ। ਤੁਸੀਂ ਕੱਲ੍ਹ ਸਵਾਲ ਕੀਤਾ ਸੀ, ਕੀ ਕਾਰਨ ਹੈ ਕਿ ਮੇਰਾ ਮਨ ਪਰਮੇਸ਼ਵਰ ਵੱਲ ਨਹੀਂ ਲੱਗਦਾ, ਤੁਹਾਡਾ ਕਿਉਂ ਲੱਗਦਾ ਹੈ? ਅਸਲੀਅਤ ਇਹ ਹੈ ਕਿ ਸਾਧੂ ਜਨ ਮੌਤ ਨੂੰ ਹਮੇਸ਼ਾ ਯਾਦ ਰੱਖਦੇ ਹਨ, ਇਸ ਲਈ ਉਹਨਾਂ ਦਾ ਧਿਆਨ ਪਰਮੇਸ਼ਵਰ ਵੱਲ ਟਿਕਿਆ ਰਹਿੰਦਾ ਹੈ। ਸੂਹੀ ਰਾਗ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਬੋਲ ਹਨ, ਜਿੰਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਉਹ ਮਨੁੱਖ ਦੁਨੀਆ ਦੇ ਬਹੁਤ ਖਿਲਾਰੇ ਨਹੀਂ ਖਿਲਾਰਦੇ, ਜਿੰਨਾ ਇਹ ਸਮਝ ਲਿਆ ਹੈ ਕਿ ਇੱਥੋਂ ਚਲੇ ਜਾਣਾ ਹੈ। ਸਾਧਕੀ ਸ਼ੋਭਾ ਕਾ ਨਹੀਂ ਅੰਤ, ਸਾਧਕੀ ਸ਼ੋਭਾ ਸਦਾ ਬੇਅੰਤ। ਗੁਰੂ ਸਾਹਿਬ ਕਹਿੰਦੇ ਹਨ ਕਿ ਰੱਬ ਦੇ ਪਿਆਰਿਆਂ ਦੇ ਗੁਣਾਂ ਦਾ ਕੋਈ ਅੰਤ ਨਹੀਂ, ਉਹ ਤਾਂ ਬੇਅੰਤ ਹਨ। ਅਸਲ ਗੱਲ ਤਾਂ ਇਹ ਹੈ ਕਿ ਸਾਧੂ ਵੀ ਕੋਈ ਕਰੋੜਾਂ ਵਿੱਚੋਂ ਇੱਕ ਹੀ ਹੁੰਦਾ ਹੈ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਜੀਤ। ਸਾਧਕੀ ਸ਼ੋਭਾ ਉੱਚ ਤੇ ਉੱਚੀ। ਸਾਧੂ ਦੀ ਸ਼ੋਭਾ ਉੱਚੀ ਤੋਂ ਉੱਚੀ ਹੈ, ਜਿੰਨੀ ਕਰ ਲਈਏ ਉਨੀ ਥੋੜੀ ਹੈ, ਕੋਈ ਸ਼ਬਦ ਉੱਥੇ ਪਹੁੰਚ ਨਹੀਂ ਸਕਦਾ। ਸਾਧਕੀ ਸ਼ੋਭਾ ਮੂਚ ਤੇ ਮੂਚੀ। ਮੂਚ ਯਾਨੀ ਬਹੁਤ ਵੱਡਾ। ਅਸੀਂ ਇਹ ਸ਼ਬਦ ਪਹਿਲੇ ਵੀ ਸੁਣਿਆ ਹੈ, ਪ੍ਰਭ ਕੈ ਸਿਮਰਨ ਉਧਰੈ ਮੂਚਾ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦੀ ਵਡਿਆਈ ਉੱਚੀ ਤੋਂ ਉੱਚੀ, ਵੱਡੀ ਤੋਂ ਵੱਡੀ ਹੈ, ਬੇਅੰਤ ਹੈ, ਅਪਾਰ ਹੈ। ਸਾਧਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਾਧ ਬਨ ਆਈ ਯਾਨੀ ਸਾਧੂ ਨੂੰ ਹੀ ਫੱਬਦੀ ਹੈ, ਭੇਦ ਯਾਨੀ ਫਰਕ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦੀ ਸ਼ੋਭਾ ਦੀ ਤੁਲਨਾ ਮੈਂ ਕਿਸ ਨਾਲ ਕਰਾਂ, ਉਸ ਦੇ ਬਰਾਬਰ ਤਾਂ ਕੁਝ ਹੈ ਹੀ ਨਹੀਂ। ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਹੈ। ਸਾਧੂ ਜਨ ਅਡੋਲਤਾ ਵਾਲੀ ਇੰਨੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦੇ ਹਨ ਕਿ ਉਹਨਾਂ ਦੇ ਅੰਦਰ ਮੇਰ ਤੇਰ ਰਹਿੰਦੀ ਹੀ ਨਹੀਂ। ਪਰਮਾਤਮਾ ਦੀ ਸਿਫਤ ਸਲਾਹ ਵਿੱਚ ਉਹਨਾਂ ਦਾ ਧਿਆਨ ਟਿਕਿਆ ਰਹਿੰਦਾ ਹੈ। ਮਾਇਆ ਅਤੇ ਕਾਮਾਦਿਕ ਵਿਕਾਰ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਪਰਮਾਤਮਾ ਦੀ ਮਿਹਰ ਦਾ ਸਦਕਾ ਮਨੁੱਖ ਸਾਧ ਜਨਾਂ ਦੀ ਸੰਗਤ ਵਿੱਚ ਰਹਿ ਕੇ ਨਾਮ ਦੀ ਬਰਕਤ ਹਾਸਲ ਕਰਦਾ ਹੈ। ਗੁਰੂ ਸਾਹਿਬ ਮਿਹਰ ਕਰਨ ਸਾਡੇ ਮਨ ਵਿੱਚ ਵੀ ਸਾਸ ਸਾਸ ਸਿਮਰਹੁ ਗੋਬਿੰਦ ਇਹ ਅਵਸਥਾ ਬਣ ਜਾਏ। ਸੰਸਾਰਿਕ ਕਰਮ ਕਮਾਉਂਦੇ ਹੋਏ ਵੀ ਪਰਮਾਤਮਾ ਦੀ ਯਾਦ ਹਰਦਮ ਚਲਦੀ ਰਹੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਇੱਥੇ ਹੀ ਸੰਕੋਚਦਾ ਹਾਂ ਸ਼ਬਦਾਂ ਨੂੰ। ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਮਿਹਰ ਕਰਕੇ ਇਹ ਸੇਵਾ ਲੈ ਲਈ। ਇਸ ਅਸ਼ਟਪਦੀ ਦੇ ਵਿਚਾਰ ਲਈ ਦਾਸ ਨੇ ਜਿਹੜੇ ਡਾਕੂਮੈਂਟਸ ਰੈਫਰ ਕੀਤੇ, ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਦਰਪਣ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਸੁਖਮਨੀ ਸਟੀਕ, ਬੀਬੀ ਰੇਣੂਕਾ ਸਰਬਜੀਤ ਸਿੰਘ ਦੀ ਪੁਸਤਕ ਸੁੱਖਾਂ ਦੀ ਮਣੀ, ਸੁਖਮਨੀ ਸਾਹਿਬ ਸਵਾਲ ਜਵਾਬ, ਗਿਆਨੀ ਸੰਤ ਸਿੰਘ ਜੀ ਮਸਕੀਨ, ਗਿਆਨੀ ਕੁਲਵੰਤ ਸਿੰਘ ਜੀ, ਗਿਆਨੀ ਜੰਗਬੀਰ ਸਿੰਘ ਜੀ, ਗਿਆਨੀ ਤਿਰਜੀਤ ਸਿੰਘ ਜੀ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਭਾਈ ਕੁਲਤਾਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਗੰਭੀਰ।
ਇਸ ਵਿਸ਼ੇ ਤੇ ਇਹਨਾਂ ਵਿਦਵਾਨ ਪੁਰਸ਼ਾਂ ਦੇ ਵਿਆਖਿਆਨ ਅਤੇ ਕਥਾ ਵਿਚਾਰਾਂ, ਇਹਨਾਂ ਸਾਰੀਆਂ ਸਤਿਕਾਰਕ ਪੰਥਕ ਹਸਤੀਆਂ ਦਾ ਤਹਿ ਦਿਲੋਂ ਸ਼ੁਕਰੀਆ। ਖਾਸ ਸ਼ੁਕਰਾਨਾ ਭਾਈ ਸਾਹਿਬ ਭਾਈ ਕੁਲਤਾਰ ਸਿੰਘ ਵੀਰ ਜੀ ਦਾ, ਜਿਨ੍ਹਾਂ ਨੇ ਆਪ ਮੁਹਾਰੇ ਹੋ ਕੇ IIGS ਦੀ ਇਸ ਮੁਹਿੰਮ ਨਾਲ ਸਾਨੂੰ ਜੋੜਿਆ ਹੀ ਨਹੀਂ, ਸਗੋਂ ਕਦਮ ਕਦਮ 'ਤੇ ਇਸ ਉਪਰਾਲੇ ਵਿੱਚ ਸਾਨੂੰ ਸਹਿਯੋਗ ਦਿੱਤਾ। IIGS ਦੀ ਟੀਮ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਦਾਸਾਂ ਨੂੰ ਸੁਖਮਨੀ ਸਾਹਿਬ ਦੀ ਇਸ ਸੀਰੀਜ਼ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਸ਼ੁਕਰਾਨਾ ਆਪ ਸੰਗਤਾਂ ਦਾ, ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਦਾਸਾਂ ਨੂੰ ਸੁਣਿਆ। ਗਲਤੀਆਂ ਦੀ ਖਿਮਾ ਕਰਨਾ ਜੀ। ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ